ਹੋਣਹਾਰ ਵਿਦਿਆਰਥੀਓ, ਅੱਜ ਅਸੀਂ ਤੁਹਾਡੀ 12ਵੀਂ ਜਮਾਤ ਦੇ ਲਾਜ਼ਮੀ ਪੰਜਾਬੀ ਦੇ ਵਿਸ਼ੇ ਸੰਖੇਪ ਰਚਨਾ ਤੇ ਵਿਚਾਰ ਚਰਚਾ ਕਰਾਂਗੇ। ਇਸ ਵਿੱਚ ਅਸੀਂ ਦੇਖਾਂਗੇ ਕਿ ਸੰਖੇਪ ਰਚਨਾ ਕਿਸ ਨੂੰ ਕਹਿੰਦੇ ਆ, ਮੂਲ ਰਚਨਾ ਕੀ ਹੁੰਦੀ ਹੈ ਔਰ ਸੰਖੇਪ ਰਚਨਾ ਕਰਨ ਦੇ ਕਿਹੜੇ-ਕਿਹੜੇ ਨਿਯਮ ਨੇ ਜਿਨ੍ਹਾਂ ਦੇ ਆਧਾਰ ਤੇ ਕਿਸੇ ਮੂਲ ਰਚਨਾ ਨੂੰ ਅਸੀਂ ਸੰਖੇਪ ਦੇ ਵਿੱਚ ਲਿਖ ਸਕਦੇ ਹਾਂ। ਸੋ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਮੂਲ ਰਚਨਾ ਅਤੇ ਸੰਖੇਪ ਰਚਨਾ ਦੇ ਕੁਝ ਇੱਕ ਨਮੂਨੇ ਦਿਖਾਉਣ ਦਾ ਪ੍ਰਯਾਸ ਕਰਦੇ ਹਾਂ ਔਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਰਚਨਾ ਹੈ। ਅਰਦਾਸ ਦਾ ਅਸਲ ਮੰਤਵ ਦਾਤਾਂ ਮੰਗਣੀਆਂ ਨਹੀਂ, ਵਾਹਿਗੁਰੂ ਤਾਂ ਸਾਡੇ ਅੰਦਰ ਦੀਆਂ ਜਾਣਦਾ। ਔਰ ਇਸ ਵਿੱਚ ਇਹ ਮੂਲ ਰਚਨਾ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਰਚਨਾ ਦੇ ਅੰਦਾਜ਼ਨ ਸ਼ਬਦ ਕਿੰਨੇ ਨੇ। ਔਰ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਇੱਕ ਸਿਰਲੇਖ ਦਿੱਤਾ ਹੈ ਅਰਦਾਸ ਦਾ ਮੰਤਵ, ਔਰ ਇਸੇ ਹੀ ਮੂਲ ਰਚਨਾ ਦੀ 78 ਕੁ ਸ਼ਬਦਾਂ ਦੇ ਕਰੀਬ ਸੰਖੇਪ ਰਚਨਾ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਦੂਸਰੀ ਮਿਸਾਲ ਹੈ ਜਿਸ ਵਿੱਚ ਅੰਗਰੇਜ਼ੀ ਦੇ ਇੱਕ ਲਿਖਾਰੀ ਨੇ ਕਿਹਾ ਹੈ ਕਿ ਰਾਤ ਨੂੰ ਛੇਤੀ ਸੌਂ ਜਾਣ ਨਾਲ ਅਤੇ ਸਵੇਰੇ ਤੜਕੇ ਉੱਠਣ ਨਾਲ ਸਿਹਤ, ਧਨ ਅਤੇ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ। ਇਹ ਇੱਕ ਮੂਲ ਰਚਨਾ ਹੈ ਜਿਹਦੇ 159 ਦੇ ਕਰੀਬ ਸ਼ਬਦ ਨੇ ਔਰ ਇਸ ਦੀ ਅੱਗੇ ਸੰਖੇਪ ਰਚਨਾ ਕੀਤੀ ਹੈ ਜਿਹਦਾ ਸਿਰਲੇਖ ਦਿੱਤਾ ਗਿਆ ਤੜਕੇ ਉੱਠਣਾ, ਛੇਤੀ ਸੌਣ ਤੇ ਤੜਕੇ ਉੱਠਣ ਵਾਲੇ। ਇਹ ਸੰਖੇਪ ਰਚਨਾ ਦਾ ਇੱਕ ਸਾਡੇ ਕੋਲ ਨਮੂਨਾ ਹੈ। ਇਸੇ ਤਰ੍ਹਾਂ ਹੀ ਅੱਗ ਦੀ ਸੁਵਰਤੋਂ ਇਨਸਾਨ ਕਰਦੇ ਰਹੇ ਹਨ ਜਿਸ ਦੀ ਪ੍ਰਤਾਪੀ ਸ਼ਕਤੀ ਕਾਰਨ ਹੀ ਅੱਗ ਨੂੰ ਅਗਨੀ ਦੇਵਤਾ ਕਿਹਾ ਹੈ। ਇਹ ਮੂਲ ਰਚਨਾ ਵੀ ਤੁਹਾਡੇ ਪਾਠ ਦੇ ਵਿੱਚ ਪਹਿਲਾਂ ਹੀ ਦਿੱਤੀ ਹੈ, ਤੁਹਾਡੀ ਕਿਤਾਬ 'ਚ ਦਿੱਤੀ ਹੈ। ਇਸ ਦੇ ਅੰਦਾਜ਼ਨ ਸ਼ਬਦ 125 ਦੇ ਕਰੀਬ ਨੇ। ਇਹ ਵੀ ਇੱਕ ਮੂਲ ਰਚਨਾ ਹੈ ਜਿਸ ਦੀ ਸੰਖੇਪ ਰਚਨਾ ਕੀਤੀ ਗਈ ਹੈ ਔਰ ਉਹਦਾ ਸਿਰਲੇਖ ਹੀ ਦਿੱਤਾ ਗਿਆ ਅੱਗ ਦੀ ਉਪਯੋਗੀ ਵਰਤੋਂ। ਇਹ 47 ਸ਼ਬਦਾਂ ਦੇ ਵਿੱਚ ਹੈ। ਸੋ ਇਹ ਅਸੀਂ ਤੁਹਾਨੂੰ ਦੱਸਣ ਦਾ ਸਿਰਫ ਇੰਨਾ ਹੀ ਯਤਨ ਕੀਤਾ ਹੈ ਕਿ ਜਿਹੜੀ ਸੰਖੇਪ ਰਚਨਾ ਹੈ ਤੇ ਮੂਲ ਰਚਨਾ ਹੈ, ਮੂਲ ਰਚਨਾ ਕੀ ਹੈ? ਉਹ ਰਚਨਾ ਹੈ ਜਿਸ ਦੀ ਅਸੀਂ ਸੰਖੇਪ ਰਚਨਾ ਕਰਨੀ ਹੈ ਤੇ ਸੰਖੇਪ ਰਚਨਾ ਮੂਲ ਰਚਨਾ ਦਾ ਹੀ ਇੱਕ ਛੋਟਾ ਸੰਖੇਪ ਰੂਪ ਹੁੰਦਾ ਹੈ। ਔਰ ਇਸ ਨੂੰ ਸਮਝਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸੰਖੇਪ ਰਚਨਾ ਅਸਲ ਵਿੱਚ ਅਜਿਹੀ ਰਚਨਾ ਹੁੰਦੀ ਹੈ ਜੋ ਮੂਲ ਰਚਨਾ ਦੇ ਹੀ ਸਮੁੱਚੇ ਭਾਵ ਨੂੰ ਲਿੰਗ, ਵਚਨ, ਕਾਲ ਨੂੰ ਬਦਲੇ ਬਗੈਰ 1/3 ਸੰਖੇਪ ਜਾਂ ਛੋਟੇ ਰੂਪ ਵਿੱਚ ਬਿਆਨ ਕਰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਬਹੁਤੇ ਸ਼ਬਦਾਂ ਨੂੰ ਘੱਟ ਸ਼ਬਦਾਂ ਵਿੱਚ ਬਿਆਨ ਕਰਨ ਵਾਲਾ ਮੂਲ ਰਚਨਾ ਦਾ ਹੀ ਛੋਟਾ ਤੇ ਸੰਖੇਪ ਰੂਪ ਸੰਖੇਪ ਰਚਨਾ। ਇਹ ਸੰਖੇਪ ਰਚਨਾ ਐਡਾ ਆਸਾਨ ਵੀ ਨਹੀਂ ਹੁੰਦਾ ਕਿ ਅਸੀਂ ਬੜੀ ਆਸਾਨੀ ਦੇ ਨਾਲ ਕਰ ਸਕਦੇ ਹਾਂ। ਇਹਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਜਿਹੜਾ ਨੁਕਤਾ ਬਣਦਾ ਹੈ ਉਹ ਹੈ ਕਿ ਜਿਹੜੀ ਮੂਲ ਰਚਨਾ ਦੀ ਅਸੀਂ ਸੰਖੇਪ ਰਚਨਾ ਕਰਨੀ ਹੈ ਉਸ ਮੂਲ ਰਚਨਾ ਨੂੰ ਵਾਰ-ਵਾਰ ਪੜ੍ਹਿਆ ਜਾਵੇ, ਉਸ ਦੇ ਅਰਥਾਂ ਨੂੰ ਸਮਝਿਆ ਜਾਵੇ, ਉਸ ਦੇ ਵਿੱਚ ਕਿਹੜੇ-ਕਿਹੜੇ ਬੇਲੋੜੇ ਦੁਹਰਾਓ, ਮਿਸਾਲਾਂ, ਉਪਮਾਵਾਂ ਆ ਰਹੀਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਏ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਮੂਲ ਰਚਨਾ ਨੂੰ ਸਮਝਦੇ ਨਹੀਂ ਓਨੀ ਦੇਰ ਤੱਕ ਨਾ ਹੀ ਅਸੀਂ ਸੰਖੇਪ ਰਚਨਾ ਕਰ ਸਕਦੇ ਹਾਂ ਅਤੇ ਨਾ ਹੀ ਉਹਦਾ ਢੁਕਵਾਂ ਕੋਈ ਸਿਰਲੇਖ ਦੇ ਸਕਦੇ ਹਾਂ। ਔਰ ਇਸ ਦਾ ਦੂਸਰਾ ਨਿਯਮ ਕੀ ਹੈ ਕਿ ਸੰਖੇਪ ਰਚਨਾ ਮੂਲ ਰਚਨਾ ਦਾ ਕਿੰਨਾ ਕੁ ਹਿੱਸਾ ਹੋਣੀ ਚਾਹੀਦੀ ਹੈ। ਭਾਵ ਇਹ ਕਿ ਜੇ ਮੂਲ ਰਚਨਾ ਦੀ ਅਸੀਂ ਸੰਖੇਪ ਰਚਨਾ ਕਰਨੀ ਹੈ ਤਾਂ ਉਹ ਕਿੰਨੇ ਕੁ ਸ਼ਬਦਾਂ 'ਚ ਹੋਣੀ ਚਾਹੀਦੀ ਹੈ। ਇਸ ਵਿੱਚ ਕਰੀਬ 1/3 ਹਿੱਸਾ ਹੁੰਦਾ ਹੈ ਸੰਖੇਪ ਰਚਨਾ ਮੂਲ ਰਚਨਾ ਦਾ। ਮੰਨ ਲਓ ਜਿਹੜੀ ਮੂਲ ਰਚਨਾ ਹੈ ਉਹਦੇ ਸ਼ਬਦ 99 ਜਾਂ ਇਸ ਦੇ ਆਸ-ਪਾਸ ਹਨ ਤਾਂ ਉਸ ਦੇ ਲਈ ਸੰਖੇਪ ਰਚਨਾ ਦੇ ਸ਼ਬਦ ਕਿੰਨੇ ਹੋਣਗੇ? ਮੂਲ ਰਚਨਾ ਦਾ ਤੀਸਰਾ ਹਿੱਸਾ। ਔਰ ਉਹਦੇ ਵਿੱਚ 99 ਦਾ ਜਿਹੜਾ ਤੀਸਰਾ ਹਿੱਸਾ ਸਾਡੇ ਕੋਲ ਆਉਂਦਾ ਹੈ 33 ਸ਼ਬਦ। 33 ਦਾ ਮਤਲਬ ਇਹ ਨਹੀਂ ਹੈ ਕਿ ਸ਼ਬਦ 33 ਹੋਣੇ ਚਾਹੀਦੇ ਨੇ ਸੰਖੇਪ ਰਚਨਾ 'ਚ। ਇਸ ਦਾ ਅਰਥ ਇਹ ਹੈ ਕਿ ਅੰਦਾਜ਼ਨ 33 ਦੇ ਨੇੜੇ ਤੇੜੇ ਦੇ ਸ਼ਬਦ ਹੋਣੇ ਚਾਹੀਦੇ ਆ। 35 ਵੀ ਹੋ ਸਕਦੇ ਆ, 31 ਵੀ ਹੋ ਸਕਦੇ ਆ, ਪਰ ਇੰਨੀ ਸੰਖੇਪ ਨਾ ਹੋਵੇ ਕਿ ਮੂਲ ਰਚਨਾ ਦੇ ਜਿਹੜੇ ਭਾਵ ਨੇ ਉਹੀ ਸਪਸ਼ਟ ਨਾ ਹੋ ਸਕਣ। ਇਸੇ ਤਰ੍ਹਾਂ ਹੀ ਤੀਸਰਾ ਨੁਕਤਾ ਕੀ ਹੈ ਸੰਖੇਪ ਰਚਨਾ ਦਾ ਕਿ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਲਿਖਿਆ ਜਾਵੇ। ਔਰ ਉਹਦੇ ਵਿੱਚ ਮੂਲ ਰਚਨਾ ਦੇ ਜਦੋਂ ਸਾਰੇ ਪੈਰੇ ਨੂੰ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਦੇਖਣਾ ਚਾਹੀਦਾ ਹੈ
ਕਿ ਕਿੰਨੇ ਕੁ ਸ਼ਬਦਾਂ ਦਾ ਵਿਸਥਾਰ ਹੈ ਜਿਸ ਨੂੰ ਅਸੀਂ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਕਰ ਸਕਦੇ ਹਾਂ। ਜਿਵੇਂ ਉਸ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਕਿਉਂਕਿ ਉਸ ਦੇ ਵਿਆਹ ਦੀ ਉਮਰ ਲੰਘ ਚੁੱਕੀ ਸੀ, ਤਾਂ ਉਹਦੇ ਲਈ ਅਸੀਂ ਸੰਖੇਪ ਸ਼ਬਦ ਕੀ ਵਰਤ ਸਕਦੇ ਹਾਂ? ਉਹ ਛੜਾ ਸੀ। 14 ਸ਼ਬਦਾਂ ਨੂੰ ਅਸੀਂ 3 ਸ਼ਬਦਾਂ ਵਿੱਚ ਬਿਆਨ ਕਰ ਦਿੱਤਾ। ਭਾਵ ਉਹੀ ਨੇ, ਵਿਚਾਰ ਉਹੀ ਨੇ, ਸ਼ਬਦਾਂ ਦਾ ਵਾਧਾ ਘਾਟਾ ਹੈ। ਸੋ ਸੰਖੇਪ ਰਚਨਾ ਦੇ ਵਿੱਚ ਇਹ ਨਿਯਮ ਵੀ ਬਹੁਤ ਮਹੱਤਵਪੂਰਨ ਹੈ। ਸੋ ਇਸੇ ਤਰ੍ਹਾਂ ਹੀ ਸੰਖੇਪ ਰਚਨਾ ਦਾ ਅਗਲਾ ਨਿਯਮ ਕੀ ਹੈ ਕਿ ਲੋੜੀਂਦੇ ਮੁਹਾਵਰਿਆਂ ਦੀ ਵਰਤੋਂ ਕਰੋ। ਜਿੱਥੇ ਕਿਤੇ ਬਹੁਤੀਆਂ ਗੱਲਾਂ ਦੀ ਥਾਂ 'ਤੇ, ਬਹੁਤੇ ਸ਼ਬਦਾਂ ਦੀ ਥਾਂ 'ਤੇ, ਬਹੁਤੇ ਵਿਚਾਰਾਂ ਦੀ ਥਾਂ 'ਤੇ ਅਸੀਂ ਮੁਹਾਵਰੇ ਦਾ ਇਸਤੇਮਾਲ ਕਰ ਸਕਦੇ ਹੋਈਏ, ਤਾਂ ਉੱਥੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਇਹ ਵੀ ਇੱਕ ਅਹਿਮ ਨੁਕਤਾ ਬਣ ਜਾਂਦਾ ਹੈ। ਜਿਵੇਂ ਰਾਜਨ ਦਾ ਗਿਆਨ ਆਪਣੇ ਘਰ ਤੱਕ ਸੀਮਿਤ ਹੈ। ਰਾਜਨ ਨੂੰ ਬਾਹਰਲੀ ਦੁਨੀਆ ਦਾ ਕੋਈ ਬਹੁਤਾ ਗਿਆਨ ਨਹੀਂ ਹੈ। 18 ਸ਼ਬਦ ਨੇ, ਤਾਂ ਇਸ ਨੂੰ ਤੁਸੀਂ ਮੁਹਾਵਰੇ ਦੇ ਰੂਪ 'ਚ ਕਿਵੇਂ ਬਿਆਨ ਕਰ ਸਕਦੇ ਹੋ ਕਿ ਰਾਜਨ ਖੂਹ ਦਾ ਡੱਡੂ ਹੈ। 5 ਸ਼ਬਦ ਨੇ। ਸੋ ਇਸੇ ਤਰ੍ਹਾਂ ਹੀ ਮੁਹਾਵਰਿਆਂ ਦੀ ਵਰਤੋਂ ਦੇ ਨਾਲ ਨਾਲ ਅਸੀਂ ਅਖੌਤਾਂ ਦੀ ਵਰਤੋਂ ਵੀ ਕਰ ਸਕਦੇ ਹਾਂ, ਔਰ ਉਹ ਅਖੌਤ ਢੁਕਵੀਂ ਹੋਣੀ ਚਾਹੀਦੀ ਹੈ। ਜਿਵੇਂ ਮੈਂ ਤਾਂ ਇਹੀ ਜਾਣਦਾ ਹਾਂ ਕਿ ਜਿਹੜਾ ਸੱਚ ਦੇ ਕਠਨ ਰਸਤੇ 'ਤੇ ਨੇਕ ਨੀਅਤ ਨਾਲ ਚੱਲਦਾ ਰਹਿੰਦਾ ਹੈ, ਦੁਨੀਆ ਉਸ ਦੀ 4 ਚੁਫੇਰੇ ਸ਼ਲਾਘਾ ਕਰਦੀ ਨਹੀਂ ਥੱਕਦੀ। ਇਸ ਵਾਕ ਦੇ ਵਿੱਚ 27 ਸ਼ਬਦ ਹਨ। ਤੋ ਇਸ ਲਈ ਅਸੀਂ ਅਖੌਤ ਕੀ ਵਰਤ ਸਕਦੇ ਹਾਂ? ਮੈਨੂੰ ਪਤਾ ਹੈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹਦੇ ਵਿੱਚ ਕੇਵਲ 10 ਸ਼ਬਦ ਨੇ। ਸੋ ਇਸ ਤਰੀਕੇ ਦੇ ਨਾਲ ਮੂਲ ਰਚਨਾ ਦੇ ਸ਼ਬਦਾਂ ਨੂੰ ਅਸੀਂ ਸੰਖੇਪ ਰੂਪ 'ਚ ਮੁਹਾਵਰਿਆਂ ਜਾਂ ਅਖੌਤਾਂ ਦੇ ਰੂਪ ਦੇ ਵਿੱਚ ਵੀ, ਮੁਹਾਵਰਿਆਂ ਅਖੌਤਾਂ ਦੀ ਵਰਤੋਂ ਕਰਕੇ ਵੀ ਬਿਆਨ ਕਰ ਸਕਦੇ ਹਾਂ। ਸੋ ਅਗਲਾ ਸਾਡੇ ਕੋਲ ਨਿਯਮ ਹੈ ਕਿ ਜਿਹੜੀ ਵਾਧੂ ਅਲੰਕਾਰਕ ਸ਼ਬਦਾਵਲੀ ਹੈ, ਸਜਾਵਟੀ ਸ਼ਬਦਾਵਲੀ ਹੈ, ਉਸ ਨੂੰ ਲਿਖਣ ਦੀ ਸੰਖੇਪ ਰਚਨਾ ਵਿੱਚ ਲੋੜ ਨਹੀਂ ਹੁੰਦੀ। ਉਸ ਦੀ ਜਗ੍ਹਾ 'ਤੇ ਅਸੀਂ ਜਾਂ ਤਾਂ ਉਸ ਦੇ ਸੰਖੇਪ ਭਾਵ ਅਰਥ ਦੇ ਸਕਦੇ ਹਾਂ, ਜਾਂ ਉਹ ਪੂਰੀ ਦੀ ਪੂਰੀ ਤੁਕ ਅਲੰਕਾਰਕ ਸ਼ਬਦਾਵਲੀ ਮੂਲ ਰਚਨਾ ਦੇ ਹਿੱਸੇ ਵਿੱਚੋਂ ਜਦੋਂ ਅਸੀਂ ਸੰਖੇਪ ਰਚਨਾ ਕਰਦੇ ਹਾਂ ਤਾਂ ਉਸ ਨੂੰ ਕੱਢ ਸਕਦੇ ਹਾਂ। ਜਿਵੇਂ ਇੱਕ ਉਦਾਹਰਨ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਰਾਤ ਦੀ ਚਾਨਣੀ ਰਾਤ ਵਿੱਚ ਚਮਕਦੇ ਚੰਦਰਮਾ ਨਾਲੋਂ ਵੀ ਤਾਜ ਮਹਿਲ ਖੂਬਸੂਰਤ ਨਜ਼ਰ ਆਉਂਦਾ ਹੈ। ਇਹਦੇ ਲਈ ਅਲੰਕਾਰਕ ਸ਼ਬਦਾਵਲੀ ਦੀ ਥਾਂ 'ਤੇ ਅਸੀਂ ਜੇ ਇੰਨੀ ਗੱਲ ਵੀ ਕਹਿ ਦਿੰਦੇ ਹਾਂ ਤਾਜ ਮਹਿਲ ਬਹੁਤ ਖੂਬਸੂਰਤ ਹੈ, ਤਾਂ ਸੰਖੇਪ ਰਚਨਾ ਦੇ ਲਈ ਇਹ ਨਿਯਮ ਵਾਜਬ ਹੈ। ਇਸੇ ਤਰ੍ਹਾਂ ਹੀ ਮੂਲ ਰਚਨਾ ਦੇ ਵਿੱਚ ਜਿਹੜੇ ਵਾਧੂ ਦੁਹਰਾ ਨੇ, ਮਿਸਾਲਾਂ ਹਨ, ਦਲੀਲਾਂ ਹਨ, ਉਹ ਜਿਹੜੀਆਂ ਵਾਧੂ ਦਲੀਲਾਂ ਹਨ, ਮਿਸਾਲਾਂ ਹਨ, ਦੁਹਰਾ ਹੈ, ਉਹਨੂੰ ਅਸੀਂ ਕੱਟ ਸਕਦੇ ਹਾਂ। ਔਰ ਜਿਵੇਂ ਨਫ਼ਰਤ ਭਰਿਆ ਬੰਦਾ ਬਹੁਤ ਖਤਰਨਾਕ ਹੁੰਦਾ ਹੈ, ਉਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਜ਼ਹਿਰੀਲੇ ਸੱਪ ਦਾ ਜ਼ਹਿਰੀਲਾ ਡੰਗ। ਸੋ ਜਿਵੇਂ ਜਿਹੜੀ ਉਦਾਹਰਨ ਦਿੱਤੀ ਹੈ, ਜੇ ਅਸੀਂ ਨਹੀਂ ਵੀ ਲਿਖਦੇ, ਇੰਨੀ ਗੱਲ ਕਰਦੇ ਹਾਂ ਨਫ਼ਰਤ ਭਰਿਆ ਬੰਦਾ ਜ਼ਹਿਰੀਲਾ ਹੁੰਦਾ ਹੈ, ਤਾਂ ਸੰਖੇਪ ਰਚਨਾ ਦੇ ਲਈ ਇਹ ਬਹੁਤ ਲਾਹੇਵੰਦ ਨੁਕਤਾ ਹੈ। ਇਸੇ ਤਰ੍ਹਾਂ ਹੀ ਤੁਸੀਂ ਜਦੋਂ ਮੂਲ ਰਚਨਾ ਪੜ੍ਹਦੇ ਹੋ ਤਾਂ ਮੂਲ ਰਚਨਾ ਦੇ ਵਿੱਚ ਹੂ ਬਹੂ ਸ਼ਬਦ ਦਿੱਤੇ ਗਏ ਹੁੰਦੇ ਨੇ, ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਸੰਖੇਪ ਕਰਕੇ ਲਿਖਣਾ ਹੁੰਦਾ ਹੈ। ਜਿਵੇਂ ਇੱਕ ਉਦਾਹਰਨ ਤੁਹਾਨੂੰ ਦਿਖਾ ਰਹੇ ਹਾਂ, ਸੁਣਾ ਰਹੇ ਹਾਂ, ਤੁਸੀਂ ਪੜ੍ਹ ਵੀ ਸਕਦੇ ਹੋ। ਉਹਨਾਂ ਨੇ ਕਿਹਾ, ਅਸੀਂ ਪੜ੍ਹੇ ਲਿਖੇ ਨਹੀਂ ਹਾਂ, ਪਰੰਤੂ ਅਸੀਂ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੋਏ ਹਰ ਤਰ੍ਹਾਂ ਦਾ ਗਿਆਨ ਰੱਖਦੇ ਹਾਂ। ਇਹ ਹੂ ਬਹੂ ਸ਼ਬਦ ਜਿਹੜੇ ਕਿਸੇ ਦੇ ਦਿੱਤੇ ਗਏ ਨੇ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਉਹ ਅਨਪੜ੍ਹ ਹੋਣ ਦੇ ਬਾਵਜੂਦ ਗਿਆਨਵਾਨ ਹਨ। ਸੋ ਇਹ ਨੁਕਤਾ ਵੀ ਹੂ ਬਹੂ ਸ਼ਬਦਾਂ ਦੀ ਥਾਂ 'ਤੇ ਉਸ ਨੂੰ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਸੰਖੇਪ ਰਚਨਾ ਦੇ ਵਿੱਚ ਬਿਆਨ ਕਰਨਾ ਹੁੰਦਾ। ਸੋ 9ਵਾਂ ਨਿਯਮ ਹੈ ਕਿ ਸੰਖੇਪ ਰਚਨਾ ਦਾ ਜਿਹੜਾ ਪੁਰਖ ਹੈ, ਜਾਂ ਹੂ ਬਹੂ ਸ਼ਬਦਾਵਲੀ ਨੂੰ ਛੱਡ ਕੇ ਜਿਹੜਾ ਸੰਖੇਪ ਰਚਨਾ ਦਾ ਪੁਰਖ ਹੈ, ਜਾਂ ਵਚਨ ਹੈ, ਲਿੰਗ ਹੈ, ਕਾਲ ਹੈ, ਉਹ ਮੁੱਖ ਰਚਨਾ ਵਾਲਾ ਹੀ ਰਹਿੰਦਾ ਹੈ। ਉਸ ਨੂੰ ਅਸੀਂ ਬਦਲਣਾ ਨਹੀਂ ਹੁੰਦਾ। ਮੰਨ ਲਓ ਕੁਝ ਵਾਕ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਤੁਸੀਂ ਪੜ੍ਹ ਸਕਦੇ ਹੋ। ਉਹਨਾਂ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਨਹੀਂ ਹਨ। ਇਸ ਵਿੱਚ ਪੁਰਖ, ਤੀਸਰਾ ਪੁਰਖ ਹੈ ਉਹਨਾਂ। ਇਹਦੀ ਜਗ੍ਹਾ 'ਤੇ ਮੈਂ ਨਹੀਂ ਆ ਸਕਦਾ।
ਉਹਨਾਂ ਦੀ ਜਗ੍ਹਾ ਤੇ ਤੂੰ ਨਹੀਂ ਆ ਸਕਦਾ। ਇਸੇ ਤਰ੍ਹਾਂ ਵਚਨ ਹੈ, ਉਹਨਾਂ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਨਹੀਂ ਹਨ। ਹਨ ਬਹੁਵਚਨ ਹੈ, ਇਹਦੀ ਜਗ੍ਹਾ ਤੇ ਅਸੀਂ ਹੈ ਨਹੀਂ ਕਰ ਸਕਦੇ। ਪਰੰਤੂ ਉਹ ਤੇਰੀ ਗੱਲ ਨੂੰ, ਤੇਰੀ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੋਏ ਤੇਰੇ ਬਾਰੇ ਹਰ ਤਰ੍ਹਾਂ ਦਾ ਗਿਆਨ ਰੱਖਦੇ ਹਨ। ਜਿੱਥੇ ਤੇਰੇ ਬਾਰੇ ਦੀ ਗੱਲ ਹੈ ਉੱਥੇ ਤੇਰੇ ਦੂਸਰਾ ਪੁਰਖ ਹੀ ਆਵੇਗਾ, ਉਸ ਨੂੰ ਵੀ ਅਸੀਂ ਬਦਲ ਨਹੀਂ ਸਕਦੇ। ਇਸੇ ਤਰ੍ਹਾਂ ਜਿਵੇਂ ਕਾਲ ਹੈ, ਹਨ ਹੈ, ਜੇ ਵਰਤਮਾਨ ਹੈ ਮੂਲ ਰਚਨਾ ਦੇ ਵਿੱਚ, ਤਾਂ ਸੰਖੇਪ ਰਚਨਾ ਦੇ ਵਿੱਚ ਵੀ ਵਰਤਮਾਨ 'ਚ ਹੀ ਗੱਲ ਹੋਣੀ ਹੈ। ਜੇ ਮੂਲ ਰਚਨਾ ਦੇ ਵਿੱਚ ਬੀਤੇ ਕਾਲ ਦੀ ਗੱਲ ਹੈ, ਸੀ ਹੈ, ਸਨ ਹੈ, ਤਾਂ ਸੰਖੇਪ ਰਚਨਾ ਦੇ ਵਿੱਚ ਵੀ ਸੀ, ਸਨ, ਬੀਤਾ ਹੋਇਆ ਕਾਲ ਹੀ ਆਉਣਾ ਹੈ। ਜਿਵੇਂ ਵਾਕ ਦੇ ਵਿੱਚ ਹੈ, ਤੂੰ ਇਕੱਲਾ ਸੀ, ਇਕੱਲਾ ਹੈ ਤੇ ਇਕੱਲਾ ਹੀ ਰਹੇਗਾ। ਤੋ ਜੇ ਇੱਕ ਵਚਨ ਦੀ ਗੱਲ ਹੈ, ਇਕੱਲੇ ਦੀ ਗੱਲ ਹੈ, ਤੇ ਫਿਰ ਮੂਲ ਰਚਨਾ ਦੇ ਵਿੱਚ ਜਿਵੇਂ ਇਕੱਲਾ ਇੱਕ ਆ ਰਿਹਾ, ਵਚਨ ਇੱਕ ਹੈ, ਤਾਂ ਸੰਖੇਪ ਰਚਨਾ ਦੇ ਵਿੱਚ ਵੀ ਇਹ ਵਚਨ ਉਹੀ ਰਹਿਣਾ ਹੈ। ਜਿਵੇਂ ਉਹਨਾਂ ਨੇ ਕਿਹਾ ਕਿ ਉਹ ਅਨਪੜ੍ਹ ਹੋਣ ਦੇ ਬਾਵਜੂਦ ਤੇਰੇ ਬਾਰੇ ਗਿਆਨਵਾਨ ਹਨ। ਤੇਰੇ ਕੋਲੋਂ ਪਹਿਲਾਂ ਡਰਦੇ ਸੀ, ਹੁਣ ਨਹੀਂ, ਤੂੰ ਹਮੇਸ਼ਾ ਇਕੱਲਾ ਰਹੇਗਾ। ਸੋ ਇਸ ਤਰੀਕੇ ਦੇ ਨਾਲ, ਇਸ ਨੁਕਤੇ ਦੇ ਤਹਿਤ ਅਸੀਂ ਮੂਲ ਰਚਨਾ ਨੂੰ ਸੰਖੇਪ ਕਰ ਸਕਦੇ ਹਾਂ। ਸੋ ਸੰਖੇਪ ਰਚਨਾ ਜਦੋਂ ਅਸੀਂ ਕਰਨੀ ਹੈ ਤਾਂ ਉਸ ਦਾ ਇੱਕ ਢੁਕਵਾਂ ਸਿਰਲੇਖ ਦੇਣਾ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਮੂਲ ਰਚਨਾ ਪੜ੍ਹਦੇ ਹਾਂ, ਜਿਸ ਵਿਸ਼ੇ ਦੀ ਗੱਲ ਜ਼ਿਆਦਾ ਹੋ ਰਹੀ ਹੋਵੇ, ਜਿਸ ਵਿਸ਼ੇ ਦੁਆਲੇ ਸਾਰੀ ਰਚਨਾ ਕੇਂਦਰਿਤ ਹੋਵੇ, ਉਸੇ ਵਿਸ਼ੇ ਦੇ ਨਾਲ ਸੰਬੰਧਿਤ ਹੀ ਰਚਨਾ ਦਾ ਸਿਰਲੇਖ ਹੁੰਦਾ ਹੈ। ਔਰ ਜਦੋਂ ਅਸੀਂ ਮੂਲ ਰਚਨਾ ਨੂੰ ਪੜ੍ਹ ਕੇ ਅਤੇ ਸੰਖੇਪ ਰਚਨਾ ਦੇ ਵਿੱਚ ਉਸ ਦਾ ਸਿਰਲੇਖ ਲਿਖਣਾ ਹੁੰਦਾ ਹੈ, ਤਾਂ ਉਹਦੇ ਲਈ ਜ਼ਰੂਰੀ ਕੀ ਹੈ ਕਿ ਸਿਰਲੇਖ ਵਿਸ਼ੇ ਦੇ ਅਨੁਕੂਲ ਹੋਣਾ ਚਾਹੀਦਾ ਹੈ। ਰਚਨਾ ਦਾ ਕੇਂਦਰੀ ਨੁਕਤਾ ਸੰਖੇਪ ਰਚਨਾ ਦਾ ਸਿਰਲੇਖ ਬਣਦਾ ਹੈ, ਔਰ ਇਹ ਸਿਰਲੇਖ ਹੀ ਇਸ਼ਾਰਾ ਕਰਦਾ ਹੈ ਰਚਨਾ ਦੇ ਮੁੱਖ ਭਾਵ ਵੱਲ। ਔਰ ਆਮ ਤੌਰ 'ਤੇ ਰਚਨਾ ਦੇ ਆਰੰਭ ਦੇ ਵਿੱਚ, ਮੂਲ ਰਚਨਾ ਦੇ ਆਰੰਭ ਦੇ ਵਿੱਚ, ਮੂਲ ਰਚਨਾ ਦੇ ਅਖੀਰ ਦੇ ਵਿੱਚ, ਜਾਂ ਜਦੋਂ ਅਸੀਂ ਸਾਰੀ ਰਚਨਾ ਨੂੰ ਪੜ੍ਹ ਲੈਂਦੇ ਹਾਂ, ਵਾਰ-ਵਾਰ ਸਮਝ ਲੈਂਦੇ ਹਾਂ, ਅਤੇ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਸ ਦਾ ਸਿਰਲੇਖ ਹੀ ਹੋਏਗਾ। ਮੰਨ ਲਓ ਖੇਡਾਂ ਦੇ ਮਹੱਤਵ ਦੀ ਗੱਲ ਹੋ ਰਹੀ ਹੈ, ਖੇਡਾਂ ਦੀਆਂ ਸਾਡੇ ਮਨ ਦੀਆਂ ਅਵਸਥਾਵਾਂ ਦੇ ਵਿਕਾਸ 'ਚ ਕੀ ਮਹੱਤਵਪੂਰਨ ਉਪਲਬਧੀਆਂ, ਜਾਂ ਖੇਡਾਂ ਸਾਡੇ ਸਰੀਰ ਦੇ ਵਿਕਾਸ ਵਿੱਚ ਕਿਹੜਾ ਰੋਲ ਅਦਾ ਕਰਦੀਆਂ ਨੇ, ਅਤੇ ਇਹਦਾ ਮਤਲਬ ਖੇਡਾਂ ਦਾ ਮਹੱਤਵ ਇਹਦਾ ਸਿਰਲੇਖ ਆਏਗਾ। ਜੇ ਗੱਲ ਆਉਂਦੀ ਹੈ ਕਿ ਖੇਡਾਂ ਇੰਨੀ ਤਰ੍ਹਾਂ ਦੀਆਂ ਹੁੰਦੀਆਂ ਹਨ, ਇੰਨੀਆਂ ਇਹਦੀਆਂ ਕਿਸਮਾਂ ਹਨ, ਆਹ ਕਿਸਮ ਇਸ ਤਰੀਕੇ ਦੇ ਨਾਲ ਖੇਡੀ ਜਾਂਦੀ ਹੈ, ਤਾਂ ਉਹਦਾ ਸਿਰਲੇਖ ਆਏਗਾ ਖੇਡਾਂ ਦੀਆਂ ਕਿਸਮਾਂ। ਸੋ ਇਹ ਜਿਹੜਾ ਸੰਖੇਪ ਰਚਨਾ ਦਾ ਸਿਰਲੇਖ ਹੈ, ਇਹ ਵਿਸ਼ੇ ਦੁਆਲੇ ਕੇਂਦਰਿਤ ਹੁੰਦਾ ਹੈ, ਔਰ ਸੰਖੇਪ ਰਚਨਾ ਦੇ ਵਿੱਚ ਇਹ ਸਿਰਲੇਖ ਦੇਣਾ ਵੀ ਜ਼ਰੂਰੀ ਹੁੰਦਾ ਹੈ। ਸੋ ਰਚਨਾ ਵਿੱਚੋਂ ਹੀ ਸਿਰਲੇਖ ਦੀ ਤਲਾਸ਼ ਅਸੀਂ ਕਰਨੀ ਹੁੰਦੀ ਹੈ ਮੂਲ ਰਚਨਾ ਨੂੰ ਪੜ੍ਹ ਕੇ। ਸੋ ਆਓ ਅਸੀਂ ਇੱਕ ਸੰਖੇਪ ਰਚਨਾ ਦਾ ਅਭਿਆਸ ਕਰਕੇ ਦੇਖੀਏ। ਸੋ ਇਸ ਵਿੱਚ ਹੈ, ਤਾਜ ਮਹਿਲ ਚੰਦ ਦੀ ਤਰ੍ਹਾਂ ਮਨਮੋਹਕ, ਸੁਹਜ ਭਰਿਆ, ਖੂਬਸੂਰਤ ਨਜ਼ਾਰੇ ਵਾਲਾ, ਚੰਨ ਚਾਨਣੀ ਰਾਤ ਦੀ ਤਰ੍ਹਾਂ ਅਤਿਅੰਤ ਸੁੰਦਰ ਨਜ਼ਰ ਆਉਂਦਾ। ਸੋ ਇਹਦੇ ਵਿੱਚ ਅਲੰਕਾਰਕ ਸ਼ਬਦਾਵਲੀ ਵਰਤੀ ਹੈ, ਜਿਸ ਨੂੰ ਅਸੀਂ ਕੱਟਾਂਗੇ। ਭਾਰਤ ਵਿੱਚ ਵੱਖ-ਵੱਖ ਰਾਜਾਂ ਵਿੱਚ, ਜਿਵੇਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ, ਬੰਗਾਲ, ਚੰਡੀਗੜ੍ਹ, ਮਹਾਰਾਸ਼ਟਰ, ਦਿੱਲੀ, ਉੜੀਸਾ, ਸਿੱਕਮ, ਲੇਹ ਲਦਾਖ, ਅਤੇ ਭਾਰਤ ਤੋਂ ਬਾਹਰ ਅਮਰੀਕਾ, ਕੈਨੇਡਾ, ਫਰਾਂਸ, ਰੂਸ, ਇੰਗਲੈਂਡ, ਜਾਪਾਨ, ਪਾਕਿਸਤਾਨ, ਅਫਗਾਨਿਸਤਾਨ, ਨਿਊਜ਼ੀਲੈਂਡ, ਥਾਈਲੈਂਡ, ਆਸਟ੍ਰੇਲੀਆ ਆਦਿ ਵੱਖ-ਵੱਖ ਦੇਸ਼ਾਂ ਵਿੱਚੋਂ ਸੈਲਾਨੀ ਇਸ ਤਾਜ ਮਹਿਲ ਦੀ ਖੂਬਸੂਰਤੀ ਨੂੰ ਦੇਖਣ ਲਈ ਬੜੇ ਚਾਅ ਨਾਲ ਦੂਰ ਦੁਰੇਡਿਓਂ ਲੰਮਾ ਸਫ਼ਰ ਤੈਅ ਕਰਕੇ ਆਉਂਦੇ ਹਨ। ਇਹਦੇ ਵਿੱਚ ਰਾਜਾਂ ਦੀ ਗੱਲ ਕੀਤੀ ਹੈ, ਵੱਖ-ਵੱਖ ਦੇਸ਼ਾਂ ਦੇ ਨਾਂ ਲਏ ਹੈ, ਤਾਂ ਉਹਦੇ ਲਈ ਅਸੀਂ ਇਹਨਾਂ ਦੀ ਜਗ੍ਹਾ 'ਤੇ ਸਿਰਫ ਅਸੀਂ ਭਾਰਤ ਦੇ ਵੱਖ-ਵੱਖ ਰਾਜ ਲਿਖ ਸਕਦੇ ਹਾਂ, ਜਾਂ ਵਿਦੇਸ਼ ਸ਼ਬਦ ਢੁਕਵਾਂ ਲਿਖ ਸਕਦੇ ਹਾਂ। ਬਾਕੀ ਜਿਹੜਾ ਭਾਵ ਮੂਲ ਰਚਨਾ ਵਾਲਾ ਉਹੀ ਰੱਖ ਸਕਦੇ ਹਾਂ। ਇਸੇ ਤਰ੍ਹਾਂ ਅਗਲਾ ਵਾਕ ਹੈ, ਮੇਰੀ ਮਾਂ ਅਕਸਰ ਮੈਨੂੰ ਆਪਣੇ ਜ਼ਿਹਨ ਵਿਚਲੇ ਸੱਚ ਨੂੰ ਪ੍ਰਗਟਾਉਂਦੀ ਹੋਈ ਕਹਿੰਦੀ, ਕੌਮਾ ਕੌਮੇ ਸ਼ੁਰੂ ਹੋ ਕੇ ਹੂ ਬਹੂ ਸ਼ਬਦ ਨੇ, ਮੈਂ ਚੰਦ ਤਾਰਿਆਂ ਵਰਗੇ ਦੁਨੀਆ ਦੇ ਬਿਹਤਰੀਨ ਅਜੂਬੇ ਤਾਜ ਮਹਿਲ ਵਿੱਚੋਂ ਸ਼ਾਹਜਹਾਨ ਦੀ ਬੇਗਮ ਮੁਮਤਾਜ਼ ਦੀ ਰੱਬ ਵਰਗੀ ਸੱਚੀ ਸੁੱਚੀ ਪ੍ਰੀਤ ਨੂੰ ਨਹੀਂ ਦੇਖਦੀ ਹਾਂ। ਮੈਂ ਇਸ ਵਿੱਚੋਂ ਭੁੱਖੇ ਪੇਟ ਦਿਨ ਰਾਤ ਇੱਕ ਕਰਕੇ ਖੂਨ ਪਸੀਨੇ ਦੀ ਅਣਥੱਕ ਮਿਹਨਤ ਨਾਲ ਆਪਣੀ ਗੁਰਬਤ ਦੀ ਪਰਵਾਹ ਨਾ ਕੀਤੇ ਬਗੈਰ ਤਾਜ ਮਹਿਲ ਨੂੰ ਖੂਬਸੂਰਤ ਬਣਾਉਣ ਵਾਲੇ ਖੂਬਸੂਰਤ ਹੱਥਾਂ ਦੀ ਖੂਬਸੂਰਤੀ ਨੂੰ ਦੇਖਦੀ ਹਾਂ। ਸੋ ਇਹ ਜਿਹੜੇ ਹੂ ਬਹੂ ਸ਼ਬਦ ਨੇ ਇੱਕ ਮਾਂ ਦੇ,
ਇਹਨੂੰ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਵੀ ਬਿਆਨ ਕਰ ਸਕਦੇ ਹਾਂ। ਸੋ ਇਹ ਜਿਹੜੀ ਮੂਲ ਰਚਨਾ ਤੁਹਾਨੂੰ ਅਸੀਂ ਪੜ੍ਹ ਕੇ ਵੀ ਸੁਣਾਈ ਹੈ, ਤੁਸੀਂ ਪੜ੍ਹ ਵੀ ਰਹੇ ਹੋ, ਇਹਦੇ ਸ਼ਬਦ ਬਣਦੇ ਨੇ 125 ਸ਼ਬਦ। ਅਸੀਂ ਸੰਖੇਪ ਰਚਨਾ ਦੇ ਵਿੱਚ ਜਦੋਂ ਅਸੀਂ ਸੰਖੇਪ ਰਚਨਾ ਕਰਨੀ ਹੈ, ਸੁਰਲੇਖ ਵੀ ਚੁਣਨਾ, ਔਰ 125 ਦਾ ਜਿਹੜਾ ਪੰਜੀਆਂ ਦਾ ਤੀਜਾ ਹਿੱਸਾ ਹੈ ਉਹ ਸਾਡੀ ਸੰਖੇਪ ਰਚਨਾ 'ਚ ਆਉਣਾ ਹੈ। ਤਾਂ ਇਸ ਦੀ ਸੰਖੇਪ ਰਚਨਾ ਦਾ ਸਰਲੇਖ ਹੀ ਆਉਂਦਾ ਹੈ ਤਾਜ ਮਹਿਲ ਦੀ ਖੂਬਸੂਰਤੀ ਅਤੇ ਇਸ ਦੇ ਮਿਹਨਤਕਸ਼। ਔਰ ਅਸੀਂ ਤਾਜ ਮਹਿਲ ਦੇ ਵਿਸ਼ੇ ਨਾਲ ਸੰਬੰਧਿਤ ਇਹ ਜਿਹੜੀ ਮੂਲ ਰਚਨਾ ਅਸੀਂ ਪੜ੍ਹੀ ਸੀ, ਇਹਦੀ ਸੰਖੇਪ ਰਚਨਾ ਕੀ ਬਣਦੀ ਹੈ? ਤਾਜ ਮਹਿਲ ਬਹੁਤ ਸੁੰਦਰ ਹੈ, ਭਾਰਤ ਅਤੇ ਵਿਦੇਸ਼ਾਂ ਵਿੱਚੋਂ ਲੋਕ ਇਸ ਦੀ ਖੂਬਸੂਰਤੀ ਨੂੰ ਦੇਖਣ ਲਈ ਆਉਂਦੇ ਹਨ। ਮੇਰੀ ਮਾਂ ਅਨੁਸਾਰ ਉਹ ਤਾਜ ਮਹਿਲ ਵਿੱਚੋਂ ਸ਼ਾਹਜਹਾਨ ਦੀ ਬੇਗਮ ਦੀ ਪ੍ਰੀਤ ਨਾਲੋਂ ਇਸ ਨੂੰ ਖੂਬਸੂਰਤ ਬਣਾਉਣ ਵਾਲੇ ਗਰੀਬ ਮਿਹਨਤਕਸ਼ਾਂ ਦੇ ਹੱਥਾਂ ਦੀ ਖੂਬਸੂਰਤੀ ਨੂੰ ਦੇਖਦੀ ਹੈ। ਔਰ ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਰਹੇ ਹੋ ਕਿ ਇਹਦੇ 41 ਕੁ ਸ਼ਬਦ ਬਣਦੇ ਨੇ। 41 ਦੀ ਜਗ੍ਹਾ ਜੇ 44 ਵੀ ਹੋ ਜਾਣ, 43 ਵੀ ਹੋ ਜਾਣ, 40 ਵੀ ਹੋ ਜਾਣ, ਕੋਈ ਵੱਡੀ ਗੱਲ ਨਹੀਂ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਮੂਲ ਰਚਨਾ ਜੋ ਹੈ ਉਸ ਦੀ ਸੰਖੇਪ ਰਚਨਾ ਕਰ ਸਕਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਵਿਚਾਰ ਚਰਚਾ ਅਸੀਂ ਕੀਤੀ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਕਿਸੇ ਮੂਲ ਰਚਨਾ ਦੀ ਅਸੀਂ ਸੰਖੇਪ ਰਚਨਾ ਕਿਵੇਂ ਕਰ ਸਕਦੇ ਹਾਂ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।